ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹੁ ਲੋਏ। ਅੰਮ੍ਰਿ ਪਦਾਰਥ ਨਾਨਕਾ, ਮਨ ਮਾਨਿਐ ਸੁਖ ਹੋਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੈਤਸਰੀ ਮਹੱਲਾ ਪੰਜਵਾ। ਵਾਰ ਸਲੋਕਾਂ ਨਾਲ। ਇੱਕ ਓੰਕਾਰ, ਸਤਿ ਗੁਰ ਪ੍ਰਸਾਦ। ਸ਼ਲੋਕ। ਆਦਿ ਪੂਰਨ ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਰ ਹੈ। ਆਦ ਪੂਰਨ ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਰ ਹੈ। ਪੇਖਨ ਸੁਨਨ ਸੁਨਾਵਨੋ, ਮਨ ਮਹਿ ਦ੍ਰਿੜੀਐ ਸਾਚ। ਪੂਰ ਰਹਿਓ ਸਰਬਤਰ ਮੈਂ, ਨਾਨਕ ਹਰ ਰੰਗ ਰਾਚ। ਪੌੜੀ। ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਖਿਨ ਮਹਿ ਥਾਪ ਉਥਾਪਦਾ, ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਮੰਡ ਪਾਤਾਲ ਦੀਪ, ਰਵਿਆ ਸਭ ਲੋਈ। ਜਿਸ ਆਪ 부ਝਾਏ ਸੋ ਬੁਝਸੀ, ਨਿਰਮਲ
ਨਿਰਮਲ ਜਨ ਸੋਈ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਪੰਜਵਾ। ਵਾਰ ਸ਼ਲੋਕਾਂ ਨਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ। ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸੇ ਬਾਣੀ ਨੂੰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਅੱਜ ਸਮੂਹ ਸੰਗਤਾਂ ਪਾਵਨ ਸ਼ਹੀਦੀ ਦਿਹਾੜਾ ਵੀ ਮਨਾ ਰਹੀਆਂ ਹਨ, ਸੰਪੂਰਨ ਬਾਣੀ ਨੂੰ ਇੱਕ ਥਾਂ ਸੰਗ੍ਰਹਿ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕੀਤੀ, ਜਿਸ ਨੂੰ ਸਿੱਖ ਜਗਤ ਦੇ ਅੰਦਰ ਆਦ ਬੀੜ ਅਥਵਾ ਕਰਤਾਰਪੁਰੀ ਬੀੜ ਕਹਿ ਕੇ ਯਾਦ ਕੀਤਾ ਜਾਂਦਾ ਹੈ। ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਦਾ ਸਮਾਂ ਆਇਆ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸੇ ਪੰਥ ਨਾਲ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇੱਕ ਬਚਨ ਕੀਤਾ ਸੀ, ਖਾਲਸਾ ਜੀ, ਅਸੀਂ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਓੰਕਾਰ ਤੋਂ ਲੈ ਕੇ 18-10-20 ਤੱਕ ਸੰਪੂਰਨ ਬਾਣੀ ਦੇ ਅਰਥ ਪੜ੍ਹਾਵਾਂਗੇ। ਇਸ ਦਾ ਕਾਰਨ ਕੀ ਸੀ? ਕਲਗੀਧਰ ਪਾਤਸ਼ਾਹ ਦੇ ਸਮੇਂ ਇੱਕ ਗੁਰਸਿੱਖ ਅੰਮ੍ਰਿਤ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਦੱਖਣੀ ਓੰਕਾਰ ਦਾ ਪਾਠ ਕਰ ਰਿਹਾ ਸੀ। ਉਸ ਬਾਣੀ ਅੰਦਰ ਇੱਕ ਪੰਕਤੀ ਆਈ, ਕਰਤੇ ਕੀ ਮਿਤ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ। ਉਸ ਸਿੰਘ ਨੇ ਬੇਧਿਆਨੀ ਦੇ ਵਿੱਚ ਕੀ ਜਾਣੈ ਗੁਰ ਸੂਰਾ ਪੜ੍ਹ ਦਿੱਤਾ। ਕਲਗੀਧਰ ਪਾਤਸ਼ਾਹ ਨੇ ਇੱਕ ਸੇਵਾਦਾਰ ਨੂੰ ਭੇਜਿਆ, ਜਾਓ ਜਾ ਕੇ ਉਸ ਗੁਰਸਿੱਖ ਨੂੰ ਸਮਝਾਓ ਗੁਰਬਾਣੀ ਸ਼ੁੱਧ ਪੜ੍ਹੇ। ਪਰ ਉਸ ਗੁਰਸਿੱਖ ਨੇ ਕੋਈ ਵੀ ਆਪਣੀ ਗਲਤੀ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸਨੇ ਫੇਰ ਦੁਬਾਰਾ ਉਸੇ ਤਰ੍ਹਾਂ ਪੰਕਤੀ ਪੜ੍ਹੀ, ਕਰਤੇ ਕੀ ਮਿਤ ਕਰਤਾ ਜਾਣੈ ਕਿ ਜਾਣੈ ਗੁਰਸੂਰਾ। ਗੁਰੂ ਮਹਾਰਾਜ ਨੇ ਦੂਜੀ ਵਾਰੀ ਫਿਰ ਸਮਝਾਉਣ ਦਾ ਯਤਨ ਕੀਤਾ। ਜਦੋਂ 2 ਵਾਰੀ ਸਮਝਾਇਆ ਵੀ ਨਾ ਸਮਝਿਆ
ਤੇ ਗੁਰੂ ਮਹਾਰਾਜ ਨੇ 2-3 ਤਮਾਚੇ ਵੀ ਮਰਵਾ ਦਿੱਤੇ। ਜਦੋਂ ਦੀਵਾਨ ਸਜਿਆ, ਉਸ ਗੁਰਸਿੱਖ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਅੱਜ ਇੱਕ ਬਹੁਤ ਵੱਡਾ ਅਨਰਥ ਹੋਇਆ। ਚੋਜੀ ਪਾਤਸ਼ਾਹ ਕਹਿਣ ਲੱਗੇ, ਉਹ ਕੀ? ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਤੇ ਇਹ ਸੁਣਿਆ ਸੀ ਜਿਹੜਾ ਗੁਰਸਿੱਖ ਸਤਿਗੁਰੂ ਦੀ ਬਾਣੀ ਪੜ੍ਹਦਾ ਹੈ ਉਹ ਜਮਾਂ ਦੀ ਮਾਰ ਤੋਂ ਬਚ ਜਾਂਦਾ ਹੈ, ਪਰ ਅੱਜ ਹੈਰਾਨੀ ਦੀ ਹੱਦ ਹੋ ਗਈ। ਅੱਜ ਤੇ ਬਾਣੀ ਪੜ੍ਹਦਿਆਂ ਮੈਨੂੰ ਇੱਥੇ ਵੀ ਮਾਰ ਪਈ ਹੈ। ਜੇ ਸਤਿਗੁਰੂ ਦੀ ਬਾਣੀ ਪੜ੍ਹ ਕੇ ਇੱਥੇ ਵੀ ਮਾਰ ਪੈਂਦੀ ਹੈ ਤੇ ਫਿਰ ਅੱਗੇ ਇਹ ਜਮਾਂ ਦੀ ਮਾਰ ਤੋਂ ਕਿਵੇਂ ਬਚਾ ਸਕਦੀ ਹੈ? ਚੋਜੀ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖਾ, ਤੇਰੇ ਪਾਸੋਂ ਕੋਈ ਅਵੱਗਿਆ, ਕੋਈ ਬੇਅਦਬੀ ਹੋਈ ਹੋਵੇਗੀ। ਇਹ ਕਹਿਣ ਲੱਗਾ, ਨਹੀਂ ਮਹਾਰਾਜ, ਮੈਂ ਕੋਈ ਅਵੱਗਿਆ, ਕੋਈ ਗਲਤੀ ਵੀ ਨਹੀਂ ਕੀਤੀ। ਮੈਨੂੰ ਤੇ ਬਾਣੀ ਪੜ੍ਹਦਿਆਂ ਹੀ ਮਾਰ ਪਈ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਸੇਵਾਦਾਰ ਨੂੰ ਵੀ ਬੁਲਾਇਆ, ਪੁੱਛਿਆ। ਉਸਨੇ ਆਖਿਆ, ਸੱਚੇ ਪਾਤਸ਼ਾਹ, ਇਹ ਬਾਣੀ ਗਲਤ ਪੜ੍ਹ ਰਿਹਾ ਸੀ। ਮੈਂ ਆਪ ਜੀ ਦੇ ਹੁਕਮ ਅਨੁਸਾਰ ਹੀ ਇਸ ਗੁਰਸਿੱਖ ਦੇ ਤਮਾਚੇ ਮਾਰੇ ਸਨ। ਜੇ ਮੇਰੇ ਕੋਲੋਂ ਕੋਈ ਅਵੱਗਿਆ ਵੀ ਹੋ ਗਈ ਤੇ ਮੈਂ ਇਸ ਲਈ ਖਿਮਾ ਚਾਹੁੰਦਾ ਹਾਂ। ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਸਾਰੇ ਗੁਰਸਿੱਖਾਂ ਨੂੰ ਸਮਝਾਇਆ, ਖਾਲਸਾ ਜੀ, ਗੁਰੂ ਦੀ ਬਾਣੀ ਗੁਰੂ ਦਾ ਸਰੂਪ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਯਾਦ ਰੱਖੋ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ, ਉਸ ਵੇਲੇ ਹਰ ਅੱਖਰ ਨੂੰ ਤੇ ਹਰ ਲਗ ਮਾਤਰ ਨੂੰ ਬਹੁਤ ਸੋਧ ਕੇ, ਵਿਚਾਰ ਕੇ, ਨਿਰਖ ਪਰਖ ਕੇ ਗੁਰੂ ਮਹਾਰਾਜ ਨੇ ਸ਼ੁੱਧ ਲਿਖਵਾਇਆ ਹੈ। ਇਸ ਲਈ ਹਰ ਗੁਰਸਿੱਖ ਨੂੰ ਵੀ ਗੁਰਬਾਣੀ ਦਾ ਪਾਠ ਕਰਨ ਦੇ ਸਮੇਂ ਹਰ ਅੱਖਰ ਤੇ ਲਗ ਮਾਤਰ ਦਾ ਪੂਰਨ ਖਿਆਲ ਰੱਖ ਕੇ ਹੀ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ। ਕਿਉਂ? ਗੁਰਬਾਣੀ ਗੁਰੂ ਦਾ ਸਰੂਪ ਹੈ। ਜਦੋਂ ਕੋਈ ਗੁਰਸਿੱਖ ਮਾਈ ਪਾਈ ਸ਼ਰਧਾ, ਭਾਵਨਾ, ਇਕਾਗਰਤਾ ਦੇ ਨਾਲ ਬਾਣੀ ਦਾ ਸ਼ੁੱਧ ਪਾਠ ਕਰਦਾ ਹੈ, ਉਹਦੇ ਮੂਹਰੇ ਸਤਿਕਾਰ ਦੇ ਨਾਲ ਸਾਡਾ ਵੀ ਸਿਰ ਝੁਕ ਜਾਂਦਾ ਹੈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੋਪਾਲੇ ਗੁਰਸਿੱਖ ਪਾਸੋਂ ਕੇਵਲ ਇੱਕ ਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸੁਣ ਕੇ ਉਸ ਨੂੰ ਗੁਰਤਾ ਗੱਦੀ ਦੇਣ ਲਈ ਤਿਆਰ ਹੋ ਗਏ ਸਨ। ਪਰ ਉਸ ਗੁਰਸਿੱਖ ਦੇ ਮਨ ਦੇ ਵਿੱਚ ਸੰਕਲਪ ਉੱਠਿਆ, ਜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਣ ਤੇ ਮੈਂ ਉਹਨਾਂ ਦੇ ਕੋਲੋਂ ਘੋੜਾ ਲਵਾਂਗਾ। ਕਿਉਂਕਿ ਸਤਿਗੁਰੂ ਮਹਾਰਾਜ ਦੇ ਪਾਸ ਇੱਕ ਸੌਦਾਗਰ ਸਿੱਖ ਨੇ 5 ਘੋੜੇ ਲਿਆ ਕੇ ਭੇਟ ਕੀਤੇ ਸਨ। 4 ਘੋੜੇ ਗੁਰੂ ਮਹਾਰਾਜ ਨੇ ਹੋਰ ਗੁਰਸਿੱਖਾਂ ਨੂੰ ਵੰਡ ਦਿੱਤੇ। ਇੱਕ ਘੋੜਾ ਰਹਿੰਦਾ ਸੀ। ਇਹਦੇ ਮਨ ਦੇ ਵਿੱਚ ਇੱਛਾ ਪੈਦਾ ਹੋਈ, ਮੈਨੂੰ ਜੇ ਉਹ ਘੋੜਾ ਮਿਲ ਜਾਵੇ ਬਸ ਫੇਰ ਖੁਸ਼ੀਆਂ ਹੀ ਖੁਸ਼ੀਆਂ ਹਨ। ਜਦੋਂ ਇਹਦੇ ਮਨ ਦੇ ਵਿੱਚ ਘੋੜੇ ਦਾ ਫੁਰਨਾ ਹੋਇਆ, ਚੋਜੀ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਆਪਣੇ ਆਸਨ ਤੇ ਚੌਂਕੜਾ ਮਾਰ ਕੇ ਬੈਠ ਗਏ। ਸੋਚਿਆ ਬਈ ਇਸ ਗੁਰਸਿੱਖ ਦੇ ਕਰਮਾਂ ਦੇ ਵਿੱਚ ਇਹ ਗੁਰੂ ਨਾਨਕ ਦਾ ਤਖਤ ਨਹੀਂ ਸੀ, ਇਸੇ ਲਈ ਇਹਦੇ ਮਨ ਦੇ ਅੰਦਰ ਇਹ ਘੋੜੇ ਦਾ ਹੀ ਫੁਰਨਾ ਪੈਦਾ ਹੋ ਗਿਆ। ਤੇ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਠ ਦੀ ਸਮਾਪਤੀ ਉਪਰੰਤ ਖੁਸ਼ ਹੋ ਕੇ ਕਹਿਣ ਲੱਗੇ, ਗੁਰਸਿੱਖਾ ਮੰਗ ਜੋ ਮੰਗਣਾ। ਗੁਰਸਿੱਖ ਕਹਿਣ ਲੱਗਾ, ਸੱਚੇ ਪਾਤਸ਼ਾਹ ਪਹਿਲਾਂ ਮੈਨੂੰ ਇਹ ਦੱਸੋ, ਆਪ ਜੀ ਪਾਠ ਸੁਣਦਿਆਂ ਪਲੰਗ ਤੋਂ ਹੇਠਾਂ ਉਤਰ ਕੇ ਜਾਣ ਲਈ ਤਿਆਰ ਹੋਏ, ਇਹਦਾ ਕੀ ਕਾਰਨ ਸੀ? ਤਾਂ ਗੁਰੂ ਮਹਾਰਾਜ ਨੇ ਸੱਚੋ ਸੱਚ ਦੱਸਿਆ। ਕਹਿਣ ਲੱਗੇ, ਜਦੋਂ ਗੁਰਸਿੱਖਾ ਤੂੰ ਬਾਣੀ ਦਾ ਸ਼ੁੱਧ ਤੇ ਬੜੀ ਸ਼ਰਧਾ, ਭਾਵਨਾ, ਇਕਾਗਰਤਾ ਦੇ ਨਾਲ ਪਾਠ ਕਰ ਰਿਹਾ ਸੀ, ਉਸ ਵੇਲੇ ਸਾਡਾ ਮਨ ਇੰਨਾ ਗਦਗਦ ਹੋਇਆ, ਸਾਡਾ ਦਿਲ ਕੀਤਾ ਬਈ ਤੈਨੂੰ ਗੁਰੂ ਨਾਨਕ ਦਾ ਤਖਤ ਹੀ ਦੇ ਦਈਏ।
ਗੁਰ ਤਾਂ ਗੱਦੀ ਹੀ ਬਖਸ਼ਿਸ਼ ਕਰ ਦਈਏ। ਪਰ ਤੇਰੇ ਮਨ ਦੇ ਵਿੱਚ ਘੋੜੇ ਦਾ ਫੁਰਨਾ ਉੱਠ ਖੜਾ ਹੋਇਆ। ਅਸੀਂ ਫਿਰ ਆਪਣੇ ਸਿੰਘਾਸਨ ਤੇ ਬੈਠ ਗਏ। ਗੁਰਸਿੱਖਾ, ਘੋੜਾ ਤੇ ਬਹੁਤ ਛੋਟੀ ਜੀ ਗੱਲ ਹੈ। ਤੂੰ ਘੋੜਾ ਮੰਗਿਆ, ਕੁਛ ਹੋਰ ਵੀ ਮੰਗ ਲੈ, ਉਹ ਵੀ ਤੈਨੂੰ ਮਿਲ ਸਕਦਾ, ਕਿਉਂਕਿ ਇਹ ਸਤਿਗੁਰੂ ਦੀ ਬਾਣੀ ਹੈ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਾਰੀ ਸੰਗਤ ਇਹ ਬਚਨ ਸੁਣ ਕੇ ਹੈਰਾਨ ਹੋਈ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਇਹ ਗੁਰੂ ਨਾਨਕ ਦੀ ਬਾਣੀ ਹੈ, ਇਹ ਗੁਰੂ ਦਾ ਸਰੂਪ ਹੈ, ਗੁਰੂ ਦੀ ਆਤਮਾ ਹੈ, ਗੁਰੂ ਦੀ ਜੋਤ ਹੈ, ਗੁਰੂ ਦਾ ਸਰੂਪ ਹੈ। ਇਸ ਲਈ ਹਰ ਲਗ ਮਾਤਰ ਨੂੰ ਸ਼ੁੱਧ ਪੜ੍ਹਨਾ ਚਾਹੀਦਾ। ਜੇ ਕੋਈ ਸ਼ੁੱਧ ਪਾਠ ਕਰਦਾ ਹੈ ਔਰ ਉਹਨੂੰ ਸੁਣ ਕੇ ਸੰਗਤਾਂ ਦਾ ਮਨ ਵੀ ਪ੍ਰਸੰਨ ਹੁੰਦਾ, ਸਾਡਾ ਮਨ ਵੀ ਪ੍ਰਸੰਨ ਹੁੰਦਾ। ਜਦੋਂ ਕੋਈ ਬਾਣੀ ਗਲਤ ਪੜ੍ਹਦਾ ਹੈ, ਬੇਧਿਆਨੀ ਵਿੱਚ ਲਗਾ ਮਾਤਰਾ ਨੂੰ ਧਿਆਨ ਨਾਲ ਨਹੀਂ ਠੀਕ ਉਚਾਰਨ ਕਰਦਾ, ਉਸ ਵੇਲੇ ਸਾਡੇ ਮਨ ਨੂੰ ਬੜਾ ਖੇਦ ਪਹੁੰਚਦਾ ਹੈ, ਬੜਾ ਦੁੱਖ ਪਹੁੰਚਦਾ ਹੈ। ਸੱਚਮੁੱਚ ਜਦੋਂ ਕੋਈ ਬਾਣੀ ਸ਼ੁੱਧ ਪੜ੍ਹੇ ਤੇ ਜਿੰਨੇ ਵੀ ਸੁਣਨ ਵਾਲੇ ਸਰੋਤੇ ਨੇ ਉਹ ਖੁਸ਼ੀ ਵਿੱਚ ਝੂਮ ਉੱਠਦੇ ਨੇ। ਜਦੋਂ ਕੋਈ ਬਾਣੀ ਗਲਤ ਪੜ੍ਹੇ ਤਾਂ ਉਸ ਵੇਲੇ ਜਿਹੜੇ ਬਾਣੀ ਦੇ ਜਾਣਕਾਰ ਨੇ ਉਹਨਾਂ ਦੇ ਮਨ ਨੂੰ ਜਿਵੇਂ ਕੋਈ ਠੇਸ ਵੱਜਦੀ ਹੁੰਦੀ ਹੈ, ਜਿਵੇਂ ਕੋਈ ਚੋਟ ਵੱਜਦੀ ਹੁੰਦੀ, ਇਸ ਤਰ੍ਹਾਂ ਮਹਿਸੂਸ ਹੁੰਦਾ ਹੈ। ਇਹ ਤੇ ਅਸਲੀ ਜਿਨ੍ਹਾਂ ਨੂੰ ਬਾਣੀ ਨਾਲ ਪਿਆਰ ਹੈ, ਇਹ ਉਹਨਾਂ ਦੇ ਮਨ ਦੀ ਅਵਸਥਾ ਹੈ। ਜਿਨ੍ਹਾਂ ਨੂੰ ਬਾਣੀ ਦਾ ਲਗਾ ਮਾਤਰਾ ਦਾ ਗਿਆਨ ਹੀ ਨਹੀਂ, ਉਹ ਤੇ ਜਿਵੇਂ ਵੀ ਕੋਈ ਮਰਜ਼ੀ ਪੜ੍ਹੀ ਜਾਵੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਜਦੋਂ ਇਹ ਬਚਨ ਆਖੇ ਤੇ ਉਹ ਗੁਰਸਿੱਖ ਕਹਿਣ ਲੱਗਾ, ਮਹਾਰਾਜ ਦੱਸੋ ਮੈਂ ਕਿਹੜੀ ਗਲਤੀ ਕੀਤੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਤੂੰ ਦੱਸ ਉਸ ਵੇਲੇ ਕਿਹੜੀ ਪੰਕਤੀ ਪੜ੍ਹ ਰਿਹਾ ਸੀ ਜਦੋਂ ਤੈਨੂੰ ਮਾਰ ਪਈ। ਉਹ ਕਹਿਣ ਲੱਗਾ, ਮਹਾਰਾਜ ਉਹ ਇਹ ਪੰਕਤੀ ਸੀ, ਕਰਤੇ ਕੀ ਮਿਤ ਕਰਤਾ ਜਾਣੈ, ਕੀ ਜਾਣੈ ਗੁਰਸੂਰਾ। ਸਤਿਗੁਰੂ ਕਹਿਣ ਲੱਗੇ, ਤੈਨੂੰ ਇਹਦੇ ਅਰਥ ਦਾ ਪਤਾ ਹੈ? ਕਹਿੰਦਾ, ਮਹਾਰਾਜ ਬਹੁਤਾ ਤੇ ਮੈਨੂੰ ਪਤਾ ਨਹੀਂ। ਸਤਿਗੁਰੂ ਕਹਿਣ ਲੱਗੇ, ਜੇ ਤੈਨੂੰ ਨਹੀਂ ਪਤਾ ਲੈ ਅਸੀਂ ਤੈਨੂੰ ਦੱਸਦੇ ਹਾਂ ਇਸ ਪੰਕਤੀ ਦਾ ਅਰਥ ਕੀ ਹੈ। ਚੌਜੀ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖਾ, ਇਸ ਪੰਕਤੀ ਵਿੱਚ ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਅਕਾਲ ਪੁਰਖ ਦੀ ਤੇ ਗੁਰੂ ਪਰਮੇਸ਼ਰ ਦੀ ਵਡਿਆਈ ਕੀਤੀ ਹੈ। ਕਰਤੇ ਕੀ ਮਿਤ ਕਰਤਾ ਜਾਣੈ, ਉਸ ਕਰਤਾ ਪੁਰਖ ਦੀ ਮਰਜ਼ਾਦਾ ਨੂੰ ਕਰਤਾ ਪੁਰਖ ਅਕਾਲ ਪੁਰਖ ਆਪ ਜਾਣਦਾ ਹੈ। ਦੂਸਰੀ ਗੱਲ, ਕਹਿ ਜਾਣੈ ਗੁਰਸੂਰਾ, ਕਹਿ ਦਾ ਅਰਥ ਹੈ ਅਥਵਾ, ਜਾਂ ਗੁਰੂ ਸੂਰਮਾ ਜਾਣ ਸਕਦਾ ਹੈ, ਕਿਉਂਕਿ ਉਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਭੁੱਲੇ ਭਟਕੇ ਸੰਸਾਰ ਨੂੰ ਸਿੱਧੇ ਰਾਹ ਪਾਉਣ ਦੇ ਲਈ ਪਾਵਨ ਗੁਰੂ ਸਰੂਪ ਧਾਰਨ ਕੀਤਾ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਲਈ ਉਸ ਅਕਾਲ ਪੁਰਖ ਨੇ ਜੋ ਪਾਵਨ ਗੁਰੂ ਸਰੂਪ ਧਾਰਨ ਕੀਤਾ ਹੈ, ਜਾਂ ਤੇ ਉਹ ਉਸ ਦੇ ਬਾਰੇ ਗਿਆਨ ਦੇ ਸਕਦੇ ਨੇ, ਜਾਂ ਕਰਤਾ ਪੁਰਖ ਵਾਹਿਗੁਰੂ ਆਪਣੀ ਮਰਜ਼ਾਦਾ ਨੂੰ ਆਪ ਜਾਣਦਾ ਹੈ। ਤੇ ਨਾਲ ਹੀ ਸਤਿਗੁਰੂ ਕਹਿਣ ਲੱਗੇ, ਜਿਵੇਂ ਤੂੰ ਪਾਠ ਕੀਤਾ ਸੀ, ਕੀ ਜਾਣੈ ਗੁਰਸੂਰਾ, ਇਹਦਾ ਅਰਥ ਇਉਂ ਬਣੇਗਾ, ਕਰਤਾ ਪੁਰਖ ਦੀ ਮਰਜ਼ਾਦਾ ਨੂੰ ਕਰਤਾ ਪੁਰਖ ਹੀ ਜਾਣਦਾ ਹੈ। ਕੀ ਜਾਣੈ ਗੁਰਸੂਰਾ, ਕਿ ਇੱਕ ਪ੍ਰਸ਼ਨਵਾਚੀ ਸ਼ਬਦ ਬਣ ਗਿਆ ਵੀ ਗੁਰੂ ਸੂਰਮਾ ਉਹਦੇ ਬਾਰੇ ਕੀ ਜਾਣ ਸਕਦਾ ਹੈ, ਭਾਵ ਗੁਰੂ ਨੂੰ ਉਹਦੇ ਬਾਰੇ ਕੋਈ ਇਲਮ ਨਹੀਂ। ਜੇ ਗੁਰੂ ਨੂੰ ਹੀ ਇਲਮ ਨਹੀਂ ਤੇ ਫਿਰ ਉਹ ਲੋਕਾਂ ਨੂੰ ਕੀ ਦੱਸੇਗਾ। ਇਸ ਲਈ ਇਹ ਅਰਥ ਵਿੱਚ ਬਹੁਤ ਵੱਡਾ ਅਨਰਥ ਹੁੰਦਾ ਸੀ। ਇਸ ਲਈ ਤੈਨੂੰ ਅਸੀਂ ਆਖਿਆ ਸੀ ਬਾਣੀ ਸ਼ੁੱਧ ਪੜ੍ਹ, ਪਰ ਤੂੰ ਫਿਰ ਵੀ ਧਿਆਨ ਨਾ ਦਿੱਤਾ ਤੇ ਤੇਰੇ ਇਹ ਮਾਰ ਪਈ ਹੈ। ਹੋਰ ਗੁਰਸਿੱਖ ਸੁਣ ਕੇ ਬੜੇ ਹੈਰਾਨ ਹੋਏ। ਇੱਕੋ ਬਾਣੀ ਦੀ ਲਗ ਮਾਤਰ ਗਲਤ ਪੜ੍ਹਨ ਦੇ ਨਾਲ ਏਡਾ ਵੱਡਾ ਅਨਰਥ ਹੋ ਜਾਂਦਾ ਹੈ। ਪਤਾ ਨਹੀਂ ਸਾਡੇ ਪਾਸੋਂ ਜਾਣੇ ਅਣਜਾਣੇ ਕਿੰਨੀਆਂ ਕੁ ਗਲਤੀਆਂ ਭੁੱਲਾਂ ਹੁੰਦੀਆਂ ਹੋਣਗੀਆਂ। ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੇ ਮੁਖਾਰ ਬੈਂਤੋਂ ਇੱਕੋ ਬਾਣੀ ਇੱਕੋ ਪੰਕਤੀ ਦਾ ਅਰਥ ਸੁਣ ਕੇ ਤੇ ਸਾਡੇ ਕਵਾੜ ਖੁੱਲ ਗਏ ਨੇ, ਪਰ ਨਾਲ ਦੀ ਨਾਲ ਸਾਡਾ ਮਨ ਡਾਢਾ ਪਰੇਸ਼ਾਨ ਵੀ ਹੋ ਰਿਹਾ ਹੈ। ਸਾਡੇ ਪਾਸੋਂ
ਪਤਾ ਨਹੀਂ ਕਿੰਨੀਆਂ ਲਗ ਮਾਤਰਾਂ ਗਲਤ ਪੜੀਆਂ ਜਾਂਦੀਆਂ ਹੋਣਗੀਆਂ, ਤੇ ਕਿਰਪਾ ਕਰੋ ਸਾਨੂੰ ਗੁਰਬਾਣੀ ਦੇ ਸੰਪੂਰਨ ਅਰਥ ਪੜ੍ਹਾਓ, ਤਾਂ ਕਿ ਸਾਨੂੰ ਗੁਰਬਾਣੀ ਦੇ ਸਹੀ ਅਰਥਾਂ ਦਾ ਗਿਆਨ ਪ੍ਰਾਪਤ ਹੋ ਜਾਵੇ ਤੇ ਫਿਰ ਅਸੀਂ ਗੁਰਬਾਣੀ ਦਾ ਸ਼ੁੱਧ ਪਾਠ ਵੀ ਕਰ ਸਕੀਏ। ਇਹ ਬੇਨਤੀ ਸੁਣ ਕੇ ਗੁਰੂ ਮਹਾਰਾਜ ਨੇ ਬਚਨ ਕੀਤਾ ਸੀ, ਖਾਲਸਾ ਜੀ ਜਦੋਂ ਜੰਗਜੋ ਤੋਂ ਫੁਰਸਤ ਮਿਲੇਗੀ ਉਸ ਵੇਲੇ ਸਾਨੂੰ ਯਾਦ ਕਰਵਾਉਣਾ। ਫਿਰ ਗੁਰਸਿੱਖਾਂ ਨੇ ਜਦੋਂ ਕਲਗੀਧਰ ਪਾਤਸ਼ਾਹ ਮਾਲਵੇ ਦੀ ਧਰਤੀ ਸਾਬੋ ਕੀ ਤਲਵੰਡੀ ਭਾਈ ਡੱਲੇ ਦੇ ਪਾਸ ਆ ਕੇ ਠਹਿਰੇ, ਉਥੇ ਬੇਨਤੀ ਕੀਤੀ, ਯਾਦ ਕਰਵਾਇਆ, ਸੱਚੇ ਪਾਤਸ਼ਾਹ ਹੁਣ ਉਹ ਸਮਾਂ ਆ ਗਿਆ ਹੈ, ਆਪ ਉਹ ਬਚਨ ਪੂਰਾ ਕਰੋ। ਤਾਂ ਗੁਰੂ ਅਰਜਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰਸਿੱਖਾਂ ਨੂੰ ਆਖਿਆ, ਅੱਛਾ ਗੁਰਸਿੱਖੋ, ਤੁਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਜੋ ਇਸ ਵੇਲੇ ਕਰਤਾਰਪੁਰ ਸਾਹਿਬ ਜੀ ਦੇ ਅੰਦਰ ਧੀਰਮਲ ਦੇ ਕੋਲ ਹੈ, ਤੁਸੀਂ ਉਹ ਜਾ ਕੇ ਲਿਆਓ। ਗੁਰਬਿਲਾਸ ਪਾਤਸ਼ਾਹੀ 10ਵੀਂ ਵਿੱਚ ਲਿਖਿਆ ਹੈ, ਗੁਰੂ ਮਹਾਰਾਜ ਨੇ 5 ਸਿੰਘ ਭੇਜੇ। ਜਿੱਥੋਂ ਇਹ ਮਰਜ਼ਾਦਾ ਚੱਲੀ ਹੈ, ਜਿੱਥੇ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਕ ਥਾਂ ਤੋਂ ਦੂਸਰੀ ਥਾਂ ਲਿਜਾਣਾ ਹੋਵੇ ਤਾਂ ਘੱਟ ਤੋਂ ਘੱਟ 5 ਸਿੰਘ ਹੋਣੇ ਜ਼ਰੂਰੀ ਨੇ। ਇਹ ਗੁਰੂ ਮਹਾਰਾਜ ਦੇ ਸਤਿਕਾਰ ਦੇ ਲਈ ਮਰਜ਼ਾਦਾ ਹੈ। ਕਲਗੀਧਰ ਪਾਤਸ਼ਾਹ ਨੇ 5 ਸਿੰਘ ਭੇਜੇ, ਪਰ ਧੀਰਮਲ ਨੇ ਜਵਾਬ ਦੇ ਦਿੱਤਾ, ਕਹਿਣ ਲੱਗਾ, ਮੈਂ ਇਹ ਵੱਡਿਆਂ ਦੀ ਨਿਸ਼ਾਨੀ ਹੈ, ਇਹ ਇੱਕ ਵੱਡਿਆਂ ਦੀ ਯਾਦਗਾਰ ਹੈ, ਇਹ ਮੈਂ ਨਹੀਂ ਦੇ ਸਕਦਾ। ਗੁਰੂ ਮਹਾਰਾਜ ਨੇ ਦੂਜੀ ਵਾਰ ਫੇਰ 5 ਸਿੰਘ ਭੇਜੇ ਵੀ ਉਸ ਨੂੰ ਜਾ ਕੇ ਆਖੋ ਬਈ ਅਸੀਂ ਸਿਰਫ ਇਸ ਪਾਵਨ ਬੀੜ ਦਾ ਅੱਗੇ ਉਤਾਰਾ ਕਰਨਾ ਤੇ ਤੂੰ ਇੱਕ ਵਾਰੀ ਸਾਨੂੰ ਦੇ ਦੇ, ਉਸ ਤੋਂ ਬਾਅਦ ਵਾਪਸ ਤੈਨੂੰ ਭੇਜ ਦੇਵਾਂਗੇ। ਪਰ ਉਸ ਨੇ ਫਿਰ ਵੀ ਨਾ ਨੁਕਰ ਕੀਤੀ, ਕਹਿਣ ਲੱਗਾ, ਕਲਗੀਧਰ ਪਾਤਸ਼ਾਹ ਦਾ ਸੁਭਾਅ ਬੜਾ ਡਾਢਾ ਹੈ, ਇੱਕ ਵਾਰ ਜੇ ਮੇਰੇ ਕੋਲੋਂ ਇਹ ਪਾਵਨ ਬੀੜ ਲੈ ਗਏ, ਵਾਪਸ ਮੁੜ ਕੇ ਉਹਨਾਂ ਨੇ ਦੇਣੀ ਨਹੀਂ, ਤੇ ਇਸ ਲਈ ਮੈਂ ਇਹ ਨਹੀਂ ਦੇ ਸਕਦਾ। ਤੇ ਗੁਰੂ ਮਹਾਰਾਜ ਨੇ ਫਿਰ ਸੋਚਿਆ ਵੀ ਹੁਣ ਕੀ ਕੀਤਾ ਜਾਵੇ। ਤੀਜੀ ਵਾਰ ਫਿਰ ਸਿੰਘ ਭੇਜੇ ਤੇ ਤੀਜੀ ਵਾਰ ਧੀਰਮਲ ਨੇ ਉਹ ਬਚਨ ਕਹਿ ਦਿੱਤਾ ਤੇ ਜਿਹੜਾ ਕਦੀ ਬਰਦਾਸ਼ਤ ਹੋਣ ਵਾਲਾ ਨਹੀਂ ਸੀ। ਉਹ ਸਿੰਘਾਂ ਨੂੰ ਕਹਿਣ ਲੱਗਾ, ਇੱਕ ਪਾਸੇ ਤੁਸੀਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਰੱਥ ਗੁਰੂ ਮੰਨਦੇ ਹੋ, ਤੇ ਜੇ ਉਹ ਸਮਰੱਥ ਗੁਰੂ ਨੇ, ਪਹਿਲੇ ਸਤਿਗੁਰੂ ਸਾਹਿਬਾਨ ਨੇ ਆਪਣੇ ਅਨੁਭਵ ਦੁਆਰਾ ਬਾਣੀ ਉਚਾਰਨ ਕੀਤੀ ਸੀ, ਤੇ ਜੇ ਉਹ ਵੀ ਸਮਰੱਥ ਗੁਰੂ ਨੇ, ਫਿਰ ਉਹ ਆਪਣੇ ਅਨੁਭਵ ਰਾਹੀਂ ਬਾਣੀ ਕਿਉਂ ਨਹੀਂ ਉਚਾਰਨ ਕਰ ਲੈਂਦੇ। ਇਹ ਗੱਲ ਸੁਣ ਕੇ ਸਿੰਘਾਂ ਦੇ ਮਨ ਨੂੰ ਬੜੀ ਠੇਸ ਪਹੁੰਚੀ। ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿਣ ਲੱਗੇ, ਸੱਚੇ ਪਾਤਸ਼ਾਹ, ਧੀਰਮਲ ਨੇ ਤਾਂ ਹੁਣ ਇਹ ਗੱਲ ਆਖ ਦਿੱਤੀ ਹੈ। ਚੌਜੀ ਪਾਤਸ਼ਾਹ ਕੁਝ ਸਮਾਂ ਤੇ ਅੰਤਰ ਧਿਆਨ ਹੋ ਕੇ ਸੋਚ ਵਿਚਾਰ ਕਰਨ ਲੱਗੇ ਤੇ ਫੇਰ ਕਹਿਣ ਲੱਗੇ, ਅੱਛਾ ਜੇ ਹੁਣ ਧੀਰਮਲ ਨੇ ਇਹ ਗੱਲ ਕਹਿ ਹੀ ਦਿੱਤੀ ਹੈ, ਤੁਹਾਡੇ ਮਨ ਦੇ ਵਿੱਚ ਵੀ ਇਹ ਸ਼ੰਕਾ ਪੈਦਾ ਹੋ ਸਕਦੀ ਹੈ, ਜੇ ਸਤਿਗੁਰੂ ਸੱਚਮੁੱਚ ਸਮਰੱਥ ਗੁਰੂ ਨੇ, ਫਿਰ ਇਹਨਾਂ ਨੂੰ ਅਨੁਭਵ ਦੁਆਰਾ ਬਾਣੀ ਉਚਾਰਨ ਕਰਨੀ ਹੀ ਚਾਹੀਦੀ ਹੈ। ਲਓ ਹੁਣ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਹੋਇਆ ਹੈ, ਹੁਣ ਅਸੀਂ ਆਪਣੇ ਅਨੁਭਵ ਰਾਹੀਂ ਕੰਠੋਂ ਬਾਣੀ ਉਚਾਰਨ ਕਰਾਂਗੇ ਤੇ ਕੋਈ ਸਿੰਘ ਲਿਖਣ ਦੀ ਸੇਵਾ ਕਰੇ। ਤਾਂ ਉਸ ਵੇਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੀ ਲਿਖਾਈ ਬੜੀ ਸ਼ੁੱਧ ਸੀ, ਉਹਨਾਂ ਨੂੰ ਲਿਖਣ ਦੀ ਸੇਵਾ ਲਈ ਆਖਿਆ ਗਿਆ। ਭਾਈ ਮਨੀ ਸਿੰਘ ਜੀ ਨੇ ਚੌਜੀ ਪਾਤਸ਼ਾਹ ਦੇ ਅੱਗੇ ਹੱਥ ਜੋੜੇ, ਕਹਿਣ ਲੱਗੇ, ਸੱਚੇ ਪਾਤਸ਼ਾਹ, ਤੁਸੀਂ ਤਾਂ ਸਮਰੱਥ ਗੁਰੂ ਹੋ, ਮੈਂ ਇੱਕ ਅਲਪੱਗ ਜੀਵ ਹਾਂ, ਗੁਰੂ ਘਰ ਦਾ ਨਿਮਾਣਾ ਜਿਹਾ ਸੇਵਕ ਹਾਂ। ਇਹ ਧੁਰ ਕੀ ਬਾਣੀ ਹੈ, ਅਗਮ ਅਗਾਧ ਰੂਪ ਬਾਣੀ ਹੈ, ਤੇ ਮੈਂ ਇਸ ਨੂੰ ਕਿਵੇਂ ਲਿਖਾਂਗਾ, ਇਹ ਮੇਰੇ ਵੱਸ ਦੀ ਗੱਲ ਨਹੀਂ। ਚੌਜੀ ਪਾਤਸ਼ਾਹ ਪ੍ਰਸੰਨ ਹੋ ਕੇ ਕਹਿਣ ਲੱਗੇ, ਭਾਈ ਮਨੀ ਸਿੰਘ ਜੀ ਘਬਰਾਓ ਨਾ, ਅਗੰਮੀ ਕਲਮ ਚੱਲੇਗੀ, ਅਸੀਂ ਬਾਣੀ ਉਚਾਰਨ ਕਰਾਂਗੇ ਤੇ ਤੁਸੀਂ ਉਸ ਬਾਣੀ ਨੂੰ ਲਿਖੋਗੇ ਤੇ ਇਹ ਸੇਵਾ ਤੁਹਾਡੇ ਕੋਲੋਂ ਹੀ ਅਸਾਂ ਲੈਣੀ ਹੈ। ਭਾਈ ਮਨੀ ਸਿੰਘ ਜੀ ਪ੍ਰਸੰਨ ਹੋਏ। ਹੁਣ ਕਲਗੀਧਰ ਪਾਤਸ਼ਾਹ ਨੇ ਇੱਕ ਨਿਯਮ ਬਣਾਇਆ, ਅੰਮ੍ਰਿਤ ਵੇਲੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਚੌਂਕੜਾ ਲਾ ਕੇ ਆਪਣੀ ਸੁਰਤ ਨੂੰ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੋੜ ਕੇ ਬਾਣੀ ਉਚਾਰਨ ਕਰਦੇ
ਤੇ ਭਾਈ ਮਨੀ ਸਿੰਘ ਜੀ ਉਸ ਨੂੰ ਲਿਖਦੇ। ਸ਼ਾਮ ਦੇ ਸਮੇਂ ਫਿਰ ਉਸੇ ਬਾਣੀ ਦੀ ਹਰ ਰੋਜ਼ ਕਥਾ ਹੁੰਦੀ ਤੇ ਸਮੂਹ ਸੰਗਤਾਂ ਤੇ ਗੁਰੂ ਮਹਾਰਾਜ ਦੇ ਨਾਲ ਦੇ ਸਿੰਘ ਉਸ ਕਥਾ ਨੂੰ ਬੜੇ ਧਿਆਨ ਤੇ ਬੜੇ ਪਿਆਰ ਦੇ ਨਾਲ ਸੁਣਦੇ। 48 ਸਿੰਘ ਉਹ ਸਨ ਜਿਨ੍ਹਾਂ ਨੇ ਬਿਲਾ ਨਾਗਾ ਗੁਰੂ ਮਹਾਰਾਜ ਦੇ ਕੋਲੋਂ ਗੁਰਬਾਣੀ ਦੀ ਕਥਾ ਸੁਣੀ। ਦੱਸਦੇ ਨੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲੇ ਦਿਨ ਜਪਜੀ ਸਾਹਿਬ ਤੋਂ ਲੈ ਕੇ ਤੇ ਕੀਰਤਨ ਸੋਹਲੇ ਤੱਕ ਬਾਣੀ ਉਚਾਰਨ ਕੀਤੀ। ਉਨੀ ਬਾਣੀ ਦੀ ਸ਼ਾਮ ਨੂੰ ਕਥਾ ਵੀ ਕੀਤੀ। 9 ਮਹੀਨੇ 9 ਦਿਨਾਂ ਦੇ ਵਿੱਚ ਗੁਰੂ ਮਹਾਰਾਜ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤਾ ਤੇ ਨਾਲ ਨਾਲ ਉਸ ਬਾਣੀ ਦੇ ਅਰਥ ਵੀ ਪੜ੍ਹਾਏ। ਅਰਥ ਪੜ੍ਹਾਉਣ ਦੇ ਨਾਲ ਨਾਲ ਗੁਰਬਾਣੀ ਦੀ ਸੁਧਾਈ ਵੀ ਹੁੰਦੀ ਸੀ ਤੇ ਉਸ ਦੇ ਨਾਲ ਨਾਲ ਗੁਰਸਿੱਖ ਸੰਗਤਾਂ ਨੂੰ ਗੁਰਬਾਣੀ ਦਾ ਅਰਥ ਬੋਧ ਵੀ ਕਰਵਾਇਆ ਜਾਂਦਾ। ਇਸ ਲਈ ਕਲਗੀਧਰ ਪਾਤਸ਼ਾਹ ਦਾ ਏਡਾ ਵੱਡਾ ਪਰਉਪਕਾਰ ਹੈ। ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਸਤਿਗੁਰੂ ਦੇ ਮੁਖਾਰਬਿੰਦ ਤੋਂ ਪਵਿੱਤਰ ਬਾਣੀ ਸੁਣੀ, ਉਹ ਸਾਰੇ ਦੇ ਸਾਰੇ ਜੀਵਨ ਮੁਕਤ ਹੋ ਗਏ, ਬ੍ਰਹਮ ਗਿਆਨੀ ਤਤ ਬੇਤੇ ਬਣ ਗਏ। ਕਲਗੀਧਰ ਪਾਤਸ਼ਾਹ ਨੇ ਸਮਾਪਤੀ ਤੋਂ ਬਾਅਦ ਉਹਨਾਂ ਸਿੰਘਾਂ ਨੂੰ ਬਚਨ ਕੀਤਾ ਸੀ। ਕਹਿਣ ਲੱਗੇ, ਖਾਲਸਾ ਜੀ, ਜਿਵੇਂ ਤੁਸੀਂ ਗੁਰਬਾਣੀ ਦੀ ਕਥਾ ਸੁਣ ਕੇ ਮਹਾਨ ਆਨੰਦ ਪ੍ਰਾਪਤ ਕੀਤਾ ਹੈ ਔਰ ਇਸ ਕਥਾ ਦੇ ਪ੍ਰਵਾਹ ਨੂੰ ਤੁਸੀਂ ਅੱਗੇ ਵੀ ਤੋਰਨਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਸਤਿਗੁਰੂ ਜੀ, ਹੁਣ ਤੇ ਬੜਾ ਹੀ ਆਨੰਦ ਬਣਿਆ ਹੋਇਆ, ਕਿਧਰੇ ਐਸਾ ਨਾ ਹੋਵੇ ਜੇ ਅਸੀਂ ਗੁਰਬਾਣੀ ਦੀ ਕਥਾ ਪ੍ਰਚਾਰ ਸੰਥਿਆ ਅੱਗੇ ਕਰਵਾਉਣ ਲੱਗ ਪਏ, ਕਿਧਰੇ ਸਾਡੇ ਆਨੰਦ ਵਿੱਚ ਫਰਕ ਨਾ ਪੈ ਜਾਵੇ। ਤਾਂ ਚੋਜੀ ਪਾਤਸ਼ਾਹ ਪ੍ਰਸੰਨ ਹੋ ਕੇ ਕਹਿਣ ਲੱਗੇ, ਅਸੀਂ ਤੁਹਾਡੇ ਕੋਲੋਂ ਬਹੁਤ ਵੱਡੀ ਸੇਵਾ ਲੈਣੀ ਹੈ। ਤੁਸੀਂ ਆਖਦੇ ਹੋ ਵੀ ਕਿਧਰੇ ਕਥਾ ਪ੍ਰਚਾਰ ਸੰਥਿਆ ਕਰਵਾਉਣ ਦੇ ਨਾਲ ਸਾਡੇ ਆਨੰਦ ਵਿੱਚ ਫਰਕ ਨਾ ਪੈ ਜਾਵੇ। ਸਤਿਗੁਰੂ ਕਹਿਣ ਲੱਗੇ, ਭਾਈ ਮਨੀ ਸਿੰਘ ਜੀ, ਤੁਹਾਡਾ ਬੰਦ ਵੀ ਸਰੀਰ ਦਾ ਕੱਟਿਆ ਜਾਵੇਗਾ ਪਰ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ। ਬਾਬਾ ਦੀਪ ਸਿੰਘ ਜੀ ਨੂੰ ਆਖਿਆ, ਤੁਹਾਡਾ ਸਿਰ, ਤੁਹਾਡਾ ਸੀਸ ਧੜ ਨਾਲੋਂ ਅਲੱਗ ਵੀ ਹੋ ਜਾਵੇਗਾ ਤੇ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ। ਗੁਰੂ ਦੀ ਸ਼ਕਤੀ ਤੁਹਾਡੇ ਵਿੱਚ ਕੰਮ ਕਰੇਗੀ। ਤੇ ਇਹ ਬਚਨ ਸੁਣ ਕੇ ਫਿਰ ਅੱਗੇ ਇਹਨਾਂ ਸਿੰਘਾਂ ਨੇ ਸਤਿਗੁਰੂ ਦੇ ਚਰਨਾਂ ਤੇ ਸੀਸ ਝੁਕਾਇਆ। ਇਹ ਕਲਗੀਧਰ ਪਾਤਸ਼ਾਹ ਦੀ ਮਹਾਨ ਪਵਿੱਤਰ ਦਾਤ ਹੈ, ਜਿਸ ਨੂੰ ਗੁਰਬਾਣੀ ਦੀ ਸੰਪਰਦਾਇ ਦਮਦਮੀ ਟਕਸਾਲ ਕਹਿ ਕੇ ਯਾਦ ਕੀਤਾ ਜਾਂਦਾ ਹੈ। ਦਮਦਮੀ ਟਕਸਾਲ ਦਾ ਪਿਛੋਕੜ ਤਖ਼ਤ ਸ੍ਰੀ ਦਮਦਮਾ ਸਾਹਿਬ ਹੈ। ਉਸ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਦਿ ਤੋਂ ਲੈ ਕੇ ਮੱਧ ਤੋਂ ਲੈ ਕੇ ਅੰਤ ਤੱਕ ਸੰਪੂਰਨ ਕੀਤੀ ਸੀ। ਇਸ ਲਈ ਉਸ ਕਥਾ ਨੂੰ ਦਮਦਮੀ ਟਕਸਾਲ ਦੇ ਮਹਾਂਪੁਰਖ ਲੜੀਵਾਰ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਆ ਰਹੇ ਨੇ ਤੇ ਨਾਲ ਗੁਰਸਿੱਖ ਸੰਗਤਾਂ ਨੂੰ ਸਿਖਾਉਂਦੇ ਆ ਰਹੇ ਨੇ। ਇਹ ਸਾਰੀ ਕਲਗੀਧਰ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਹੈ। ਸੋ ਇੱਥੇ ਵੀ ਸਤਿਗੁਰੂ ਨੇ ਮਹਾਨ ਕਿਰਪਾ ਕੀਤੀ। ਲੜੀਵਾਰ ਕਥਾ ਆਰੰਭ ਹੋਈ, ਜਿਸ ਦਾ ਮਨੋਰਥ ਇਹੀ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦੀ ਰਿਕਾਰਡਿੰਗ ਕਰਕੇ ਆਡੀਓ ਵੀਡੀਓ ਰਾਹੀਂ ਸਾਰੇ ਸੰਸਾਰ ਦੇ ਵਿੱਚ, ਸਾਰੇ ਜਹਾਨ ਦੇ ਵਿੱਚ ਇਸ ਨੂੰ ਪ੍ਰਚਾਰਿਆ ਜਾਵੇ। ਗੁਰੂ ਨਾਨਕ ਦੇ ਸੰਦੇਸ਼ ਨੂੰ, ਗੁਰਬਾਣੀ ਦੇ ਪੈਗਾਮ ਨੂੰ ਘਰ ਘਰ ਪਹੁੰਚਾਇਆ ਜਾਵੇ। ਇਸ ਆਸ਼ੇ ਤੇ ਮਨੋਰਥ ਨੂੰ ਲੈ ਕੇ ਇਹ ਕਥਾ ਦਾ ਕਾਰਜ ਆਰੰਭਿਆ ਗਿਆ ਸੀ। ਕਾਰਜ ਤੇ ਬਹੁਤ ਵੱਡਾ ਹੈ, ਪਰ ਸਤਿਗੁਰੂ ਦੀ ਕਿਰਪਾ ਦੁਆਰਾ ਅੱਜ ਮੱਧ ਵਿੱਚ ਪਹੁੰਚ ਗਿਆ ਹੈ। ਇਹ ਕਲਗੀਧਰ ਪਾਤਸ਼ਾਹ ਦਾ ਲੱਖ ਲੱਖ ਸ਼ੁਕਰ ਹੈ ਔਰ ਉਹਨਾਂ ਨੇ ਇਸ ਕਥਾ ਨੂੰ ਇੱਕ ਓੰਕਾਰ ਤੋਂ ਲੈ ਕੇ ਅੱਜ ਮੱਧ ਤੱਕ ਪਹੁੰਚਾਇਆ ਹੈ। ਸਤਿਗੁਰੂ ਤੇ ਪੂਰਨ ਭਰੋਸਾ ਵੀ ਹੈ ਤੇ ਰਹਿੰਦੀ ਕਥਾ ਵੀ ਸੰਪੂਰਨ ਹੋਵੇਗੀ। ਕਲਗੀਧਰ ਪਾਤਸ਼ਾਹ ਕਿਰਪਾ ਕਰਨ। ਜਿਵੇਂ ਪਿੱਛੇ ਇਹ ਦਾਸ ਤੋਂ ਸੇਵਾ ਲਈ ਹੈ ਤੇ ਅੱਗੇ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਇਸ ਸੇਵਾ
ਲੈਂਦੇ ਰਹਿਣ ਅਤੇ ਇਹ ਕਥਾ ਸੰਪੂਰਨ ਹੋਵੇ ਤੇ ਹਰ ਸਿੱਖ ਦੇ ਘਰ ਘਰ ਦੇ ਵਿੱਚ ਗੁਰੂ ਦਾ ਪੈਗਾਮ, ਗੁਰਬਾਣੀ ਦਾ ਸੰਦੇਸ਼ ਤੇ ਨਾਲ ਗੁਰਮਤਿ ਦਾ ਆਦੇਸ਼ ਪਹੁੰਚੇ। ਇਹੀ ਇੱਕ ਇਸ ਸਾਰੇ ਪ੍ਰੋਗਰਾਮ ਦਾ ਮਨੋਰਥ ਹੈ। ਸੋ ਆਪ ਸੰਗਤਾਂ ਨੇ ਜਿੱਥੇ ਮਹਾਨ ਸੇਵਾ ਕਰਕੇ, ਕਥਾ ਵਿਚਾਰਾਂ ਸਰਵਣ ਕਰਕੇ ਹੁਣ ਤੱਕ ਇਹ ਮਹਾਨ ਲਾਹਾ ਪ੍ਰਾਪਤ ਕੀਤਾ ਹੈ, ਅੱਧੀ ਕਾਲ ਅੱਧੀ ਸੇਵਾ ਤੁਹਾਡੀ ਗੁਰੂ ਨੂੰ ਪ੍ਰਵਾਨ ਹੋਈ ਹੈ। ਹੁਣ ਰਹਿੰਦੀ ਜਿਹੜੀ ਸੇਵਾ ਹੈ ਉਹਦੇ ਵਿੱਚ ਵੀ ਸਭ ਸੰਗਤਾਂ ਨੇ ਆਪੋ ਆਪਣੇ ਬਿੱਤ ਅਨੁਸਾਰ ਸ਼ਰਧਾ ਭਾਵਨਾ ਦੇ ਨਾਲ, ਤਨ ਮਨ ਧਨ ਦੇ ਨਾਲ ਸੇਵਾ ਕਰਕੇ, ਜਿਵੇਂ ਅੱਗੇ ਵੀ ਸੰਗਤਾਂ ਕਰ ਰਹੇ ਹੋ, ਇਸ ਕਾਰਜ ਨੂੰ ਸੰਪੂਰਨ ਕਰਨ ਦੇ ਵਿੱਚ ਭਰਪੂਰ ਸਹਿਯੋਗ ਦੇਣ ਦੀ ਆਪ ਸੰਗਤਾਂ ਨੇ ਇਹ ਕਿਰਪਾਲਤਾ ਕਰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਇਹ ਕਾਰਜ ਸਤਿਗੁਰੂ ਦਾ ਹੈ, ਇਹ ਕਾਰਜ ਆਪ ਹੀ ਸਤਿਗੁਰੂ ਸੰਪੂਰਨ ਕਰਨ। ਹੁਣ ਆਪ ਸੰਗਤਾਂ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਜੋ ਇਸ ਵੇਲੇ ਮੱਧ ਤੱਕ ਪਹੁੰਚ ਚੁੱਕੀ ਸੀ, ਹੁਣ ਉਸ ਤੋਂ ਅੱਗੇ ਕਥਾ ਆਰੰਭ ਹੋਣ ਲੱਗੀ ਹੈ। ਕਿਉਂਕਿ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਅਕਸਰ ਵਿਦਿਆਰਥੀਆਂ ਨੂੰ ਇਹ ਬਚਨ ਕਰਿਆ ਕਰਦੇ ਸਨ ਬਈ ਜਦੋਂ ਵੀ ਸ਼੍ਰੀ ਅਖੰਡ ਪਾਠ ਆਰੰਭ ਹੋਵੇ ਜਾਂ ਸਹਿਜ ਪਾਠ, ਸਪਤਾਹ ਪਾਠ ਵੀ ਕਈ ਪ੍ਰੇਮੀ ਕਰਦੇ ਹਨ, ਉਹ ਆਰੰਭ ਹੋਵੇ ਤਾਂ ਜਦੋਂ ਪਾਠ ਜੈਤਸਰੀ ਰਾਗ ਦੀ ਵਾਰ ਤੇ ਪਹੁੰਚੇ ਔਰ ਇੱਥੇ ਸਤਿਗੁਰੂ ਮਹਾਰਾਜ ਨੇ ਪਹਿਲਾ ਸ਼ਲੋਕ ਲਿਖਿਆ ਹੈ ਆਦ ਪੂਰਨ ਮੱਧ ਪੂਰਨ। ਜਿੱਥੇ ਮੱਧ ਸ਼ਬਦ ਆਉਂਦਾ ਹੈ ਬਈ ਇੱਥੇ ਗੁਰਬਾਣੀ ਦਾ ਮੱਧ ਮਤਲਬ ਅੱਧਾ ਹਿੱਸਾ ਗੁਰਬਾਣੀ ਦਾ ਇੱਥੇ ਸੰਪੂਰਨ ਹੁੰਦਾ ਹੈ। ਸ਼ਬਦਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਤੇ ਬਾਕੀ ਬਾਣੀ ਦੇ ਹਿਸਾਬ ਨਾਲ, ਅੱਖਰ ਲਗਾ ਮਾਤਰਾ ਦੇ ਹਿਸਾਬ ਦੇ ਨਾਲ ਮੱਧ ਸ਼ਬਦ ਤੇ ਹੀ ਇਸ ਬਾਣੀ ਦਾ ਮੱਧ ਆਉਂਦਾ ਹੈ। ਇਸ ਲਈ ਮਹਾਂਪੁਰਖਾਂ ਦੇ ਅਨੁਸਾਰ ਜਦੋਂ ਪਾਠੀ ਸਿੰਘ ਅਖੰਡ ਪਾਠ ਚੱਲ ਰਿਹਾ ਹੈ, ਆਦ ਪੂਰਨ ਮੱਧ ਪੂਰਨ ਇਹ ਪੰਕਤੀ ਪੜ੍ਹਨ ਤੇ ਉਸ ਵੇਲੇ ਅਰਦਾਸ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਅੱਗੇ ਪਾਠ ਆਰੰਭ ਹੋਣਾ ਚਾਹੀਦਾ ਹੈ। ਇਹ ਇੱਕ ਸਾਡੀ ਪੁਰਾਤਨ ਸਿੱਖ ਪੰਥ ਦੀ ਮਰਜ਼ਾਦਾ ਚਲੀ ਆ ਰਹੀ ਹੈ। ਇਸ ਦਾ ਪਾਲਣ ਕਰਨਾ ਵੀ ਹਰ ਗੁਰਸਿੱਖ ਮਾਈ ਭਾਈ ਲਈ ਜ਼ਰੂਰੀ ਹੈ। ਮੱਧ ਦੀ ਅਰਦਾਸ ਵੀ ਹੋਣੀ ਚਾਹੀਦੀ ਹੈ, ਅਖੰਡ ਪਾਠ ਦੀ ਵੀ ਤੇ ਸਹਿਜ ਪਾਠ ਦੀ ਵੀ। ਤੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਜੈਤਸਰੀ ਦੀ ਵਾਰ ਆਰੰਭ ਕਰ ਰਹੇ ਹਨ। ਜੈਤਸਰੀ ਮਹੱਲਾ ਪੰਜਵਾਂ ਵਾਰ ਸ਼ਲੋਕਾਂ ਨਾਲ। ਜੈਤਸਰੀ ਰਾਗ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਅੱਗੇ ਇਹ ਪਵਿੱਤਰ ਵਾਰ ਹੈ। ਇਹ ਵਾਰ ਸ਼ਲੋਕਾਂ ਦੇ ਨਾਲ ਲਿਖੀ ਗਈ ਹੈ। ਇਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਲਿਖਵਾਏ, ਕਿਉਂਕਿ ਇਹ ਸੰਪੂਰਨ ਵਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਰਚਨਾ ਹੈ। ਇਹਦੀ ਉਥਾਨਕਾ ਵੱਲ ਜਦੋਂ ਨਿਗਾਹ ਮਾਰਦੇ ਹਾਂ ਤਾਂ ਇਤਿਹਾਸ ਦੇ ਅੰਦਰ ਇਹ ਗੱਲ ਸੁਣ ਤੇ ਪੜ੍ਹਨ ਨੂੰ ਮਿਲਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੇ ਗਰੀਬ ਨਿਵਾਜ ਸਤਿਗੁਰੂ ਜੀ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤੇ ਉਸ ਵੇਲੇ ਹਿੰਦੂ ਮਤ ਅਨੁਸਾਰ ਗਰੜ ਪੁਰਾਣ ਦੀ ਕਥਾ ਸੁਣਾਈ ਜਾਂਦੀ ਹੈ ਤੇ ਉਸ ਗਰੜ ਪੁਰਾਣ ਦੇ ਵਿੱਚ ਬੜੀਆਂ ਅਜੀਬ ਗੱਲਾਂ ਲਿਖੀਆਂ ਮਿਲਦੀਆਂ ਨੇ। ਉਹਨਾਂ ਵਿੱਚ ਕੀ ਲਿਖਿਆ ਹੋਇਆ ਹੈ ਬਈ ਜਿਹੜਾ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਹਨੂੰ ਇਥੋਂ ਦੁਨੀਆ ਦੇ ਵਿੱਚੋਂ ਅਗਲੀ ਦਰਗਾਹ ਵਿੱਚ ਪਹੁੰਚਣ ਦੇ ਲਈ ਪੂਰਾ 1 ਸਾਲ ਲੱਗਦਾ ਹੈ ਤੇ ਜਿਹੜਾ ਪੁੰਨੀ ਹੁੰਦਾ ਹੈ ਉਹ ਬੜੇ ਸ਼ਾਨੋ ਸ਼ੌਕਤ ਦੇ ਨਾਲ ਤੇ ਬੜੇ ਸੁਖ ਆਰਾਮ ਦੇ ਨਾਲ ਉਹ ਸਾਰੀ ਯਾਤਰਾ ਤੈਅ ਕਰਦਾ ਹੈ ਤੇ ਜਿਹੜਾ ਪਾਪੀ ਮਨੁੱਖ ਹੁੰਦਾ ਹੈ ਉਹਨੂੰ ਸਜ਼ਾਵਾਂ ਮਿਲਦੀਆਂ ਨੇ,
ਉਹ ਦੁੱਖਾਂ ਦੇ ਨਾਲ ਆਪਣੀ ਇਹ ਯਾਤਰਾ ਸੰਪੂਰਨ ਕਰਦਾ ਹੈ। ਇਹੋ ਜਿਹੀਆਂ ਗੱਲਾਂ ਸੁਣ ਕੇ ਮਨ ਦੇ ਵਿੱਚ ਕਈ ਸ਼ੰਕੇ ਭਰਮ ਵੀ ਪੈਦਾ ਹੁੰਦੇ ਨੇ, ਤੇ ਆਪ ਜੀ ਕਿਰਪਾ ਕਰੋ ਸਾਨੂੰ ਇਹ ਦੱਸੋ ਵੀ ਜਦੋਂ ਕੋਈ ਗੁਰਸਿੱਖ ਪ੍ਰਾਣੀ ਚੜ੍ਹਾਈ ਕਰੇ ਤਾਂ ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ। ਤਾਂ ਉਸ ਵੇਲੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਸ਼ਹੀਦੀ ਪੁਰਬ ਵੀ ਸੰਗਤਾਂ ਮਨਾ ਰਹੀਆਂ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਪਵਿੱਤਰ ਵਾਰ ਉਚਾਰਨ ਕੀਤੀ ਤੇ ਨਾਲ ਇਹ ਗੱਲ ਆਖੀ, ਐ ਗੁਰਸਿੱਖੋ, ਜਦੋਂ ਕੋਈ ਗੁਰਸਿੱਖ ਪ੍ਰਾਣੀ ਚੜ੍ਹਾਈ ਕਰ ਜਾਵੇ ਤਾਂ ਉਹ ਤੋਂ ਬਾਅਦ ਵਿੱਚ ਇਹ ਜਿਹੜੀ ਜੈਤਸਰੇ ਦੀ ਵਾਰ ਹੈ ਇਹਦਾ ਪਾਠ ਹੋਵੇ ਤੇ ਇਹਦੀ ਕਥਾ ਵਿਚਾਰ ਕੀਤੀ ਜਾਵੇ। ਕਿਉਂ? ਇਸ ਜੈਤਸਰੀ ਰਾਗ ਦੀ ਵਾਰ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਜੀਵਨ ਸੁਧਾਰ ਦੇ ਅਨੇਕਾਂ ਪੱਖਾਂ ਤੋਂ ਬੜੇ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਤੇ ਜਿਵੇਂ ਜਿਵੇਂ ਗੁਰਸਿੱਖ ਮਾਈ ਪਾਈ ਬਾਣੀ ਨਾਲ ਜੁੜੇਗਾ ਤੇ ਉਹਦਾ ਮਨ ਸ਼ਾਂਤ ਹੋਵੇਗਾ, ਤੇ ਜਦੋਂ ਬਾਣੀ ਪੜ੍ਹੀ ਜਾਵੇਗੀ ਤੇ ਬਾਣੀ ਦੀ ਵਿਚਾਰ ਦੇ ਨਾਲ ਵਿਛੜੀ ਆਤਮਾ ਨੂੰ ਵੀ ਸ਼ਾਂਤੀ ਮਿਲੇਗੀ। ਇਸ ਲਈ ਮਹਾਂਪੁਰਖਾਂ ਦੇ ਕਥਨ ਅਨੁਸਾਰ ਜਿਹੜੇ ਪੁਰਾਤਨ ਗੁਰਸਿੱਖ ਘਰਾਣੇ ਸਨ, ਜਦੋਂ ਵੀ ਉਹਨਾਂ ਦੇ ਵਿੱਚ ਕੋਈ ਗੁਰਸਿੱਖ ਚੜ੍ਹਾਈ ਕਰਦਾ ਤਾਂ ਉਹਦੇ ਸੰਸਕਾਰ ਤੋਂ ਬਾਅਦ ਜਿੱਥੇ ਸਹਿਜ ਪਾਠ ਆਰੰਭ ਕੀਤਾ ਜਾਂਦਾ ਸੀ, ਉੱਥੇ ਨਾਲ ਨਾਲ ਅੰਮ੍ਰਿਤ ਵੇਲੇ ਜੈਤਸਰੀ ਵਾਰ ਦੀ ਕਥਾ ਤੇ ਸ਼ਾਮ ਦੇ ਸਮੇਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦੀ ਕਥਾ ਉਹ ਵੀ ਆਰੰਭ ਕੀਤੀ ਜਾਂਦੀ ਸੀ। ਕਿਉਂ? ਜਿਹੜੀ ਸਹਿਸਕ੍ਰਿਤੀ ਸ਼ਲੋਕਾਂ ਦੀ ਕਥਾ ਹੈ, ਇਹ ਵਾਰ ਤੇ ਉਹ ਜਿਹੜੇ ਸ਼ਲੋਕ ਨੇ ਇਹਨਾਂ ਦੇ ਕੁਛ ਭਾਵ ਮਿਲਦੇ ਜੁਲਦੇ ਵੀ ਨੇ, ਔਰ ਉਹਨਾਂ ਦੇ ਬਾਰੇ ਇਹ ਮਹਾਂਪੁਰਖ ਦੱਸਦੇ ਸਨ ਵੀ ਦੋ ਕਾਂਸ਼ੀ ਦੇ ਪੰਡਤ ਸਤਿਗੁਰੂ ਦੇ ਕੋਲ ਆਏ ਸਨ, ਹਰੀ ਲਾਲ ਤੇ ਕ੍ਰਿਸ਼ਨ ਲਾਲ, ਔਰ ਉਹ ਸੰਸਕ੍ਰਿਤ ਭਾਸ਼ਾ ਦੇ ਪੰਡਤ ਸਨ। ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ, ਸਾਡੇ ਮਾਤਾ ਪਿਤਾ ਚਲਾਣਾ ਕਰ ਗਏ ਹਨ ਤੇ ਸਾਡੇ ਮਨ ਦੇ ਵਿੱਚ ਐਸਾ ਸ਼ੋਕ ਤੇ ਸਦਮਾ ਪੈਦਾ ਹੋ ਗਿਆ ਔਰ ਸਾਡਾ ਮਨ ਬੜਾ ਉਦਾਸ ਰਹਿੰਦਾ ਹੈ, ਘਰ ਦੇ ਵਿੱਚ ਬੜੀ ਉਦਾਸੀ ਪਈ ਰਹਿੰਦੀ ਹੈ। ਆਪ ਕਿਰਪਾ ਕਰੋ ਜਿਵੇਂ ਸ਼ੋਕ ਤੇ ਮੋਹ ਦੀ ਨਿਵਰਤੀ ਹੋਵੇ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸੰਸਕ੍ਰਿਤੀ ਸ਼ਲੋਕ ਉਚਾਰਨ ਕੀਤੇ ਤੇ ਨਾਲ ਇਹ ਬਾਣੀ ਵੀ ਉਹਨਾਂ ਪੰਡਤਾਂ ਦੇ ਪ੍ਰਥਾਏ ਉਚਾਰਨ ਕੀਤੀ ਹੋਈ ਮੰਨੀ ਗਈ ਹੈ। ਇਸ ਬਾਣੀ ਦੀ ਜਿਹੜੀ ਤਰਤੀਬ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖੀ। ਪਹਿਲਾਂ 2 ਸ਼ਲੋਕ ਆਉਂਦੇ ਨੇ, ਹਰ ਪੌੜੀ ਤੋਂ ਪਹਿਲਾਂ 2 ਸ਼ਲੋਕ ਹਨ ਤੇ ਉਸ ਤੋਂ ਬਾਅਦ ਪੌੜੀ ਲਿਖੀ ਹੈ। ਜਿਹੜੇ ਸ਼ਲੋਕ ਵੀ ਲਿਖੇ ਨੇ ਭਾਸ਼ਾ ਦੇ ਪੱਖ ਤੋਂ ਵਿਦਵਾਨਾਂ ਨੇ ਉਹਨਾਂ ਦੇ ਬਾਰੇ ਇਹ ਵਿਚਾਰ ਪ੍ਰਗਟ ਕੀਤੇ ਨੇ। ਪਹਿਲਾ ਸ਼ਲੋਕ ਸੰਸਕ੍ਰਿਤ ਭਾਸ਼ਾ ਜਿਹੜੀ ਸੰਸਕ੍ਰਿਤ ਤੋਂ ਵੱਖਰੀ ਭਾਸ਼ਾ ਹੈ, ਇਹ ਪ੍ਰਾਕ੍ਰਿਤ ਭਾਸ਼ਾ ਦੇ ਨਾਲ ਮੇਲ ਖਾਂਦੀ ਹੈ, ਤੇ ਦੂਸਰਾ ਜਿਹੜਾ ਸ਼ਲੋਕ ਹੈ ਉਹ ਲਹਿੰਦੇ ਦੇਸ਼ ਦੀ ਬੋਲੀ ਦੇ ਵਿੱਚ ਉਚਾਰਨ ਕੀਤਾ ਹੈ। ਤੇ ਪੌੜੀ ਦੇ ਵਿੱਚ ਗੁਰੂ ਮਹਾਰਾਜ ਨੇ ਜਿਹੜੀ ਸਾਡੀ ਆਮ ਉਸ ਵੇਲੇ ਬੋਲੀ ਜਾਣ ਵਾਲੀ ਸਰਲ ਪੰਜਾਬੀ ਭਾਸ਼ਾ ਸੀ, ਉਹਦੇ ਵਿੱਚ ਉਸੇ ਸਿਧਾਂਤ ਨੂੰ ਸੌਖੇ ਤਰੀਕੇ ਦੇ ਨਾਲ ਸਮਝਾਇਆ ਹੈ। ਜਾਂ ਇਉਂ ਸਮਝ ਲਓ ਬਈ ਪਹਿਲੇ ਸ਼ਲੋਕ ਦੇ ਵਿੱਚ ਗੁਰੂ ਮਹਾਰਾਜ ਨੇ ਮੂਲ ਸਿਧਾਂਤ ਵਰਣਨ ਕੀਤਾ ਹੈ, ਦੂਸਰੇ ਸ਼ਲੋਕ ਵਿੱਚ ਉਹਦਾ ਟੀਕਾ ਕੀਤਾ ਹੈ ਤੇ ਪੌੜੀ ਵਿੱਚ ਉਹਦੀ ਵਿਆਖਿਆ ਕੀਤੀ ਹੈ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਇਹ ਵਾਰ ਲਿਖੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹੁਣ ਅੱਗੇ ਸ਼ਲੋਕ ਆਰੰਭ ਹੋ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਲੋਕ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਉਚਾਰਨ ਕਰ ਰਹੇ ਨੇ।